ਸਤਿ ਸ਼੍ਰੀ ਅਕਾਲ। ਵੌਇਸ ਆਫ ਇੰਡੀਆ ਮੀਡੀਆ ਦੇਖਦੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅਸੀਂ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਗਰਾਊਂਡ ਜ਼ੀਰੋ ਦੀ ਪਲ-ਪਲ ਦੀ ਰਿਪੋਰਟ ਤੁਹਾਡੇ ਤੱਕ ਕਿਸਾਨੀ ਅੰਦੋਲਨ ਦੀ ਲੈ ਕੇ। ਅੱਜ ਫੇਰ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਰਦਾਰ MP ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਿਰਕਤ ਕੀਤੀ ਹੈ। ਉਹਨਾਂ ਨੇ ਅਸੀਂ ਗੱਲ ਕਰਾਂਗੇ ਭਾਰਤ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਦੇ ਹਰ ਪਾਸਿਓਂ ਜਿਹੜੀ ਨਿੰਦਾ ਹੋ ਰਹੀ ਹੈ ਉਹਦੇ ਬਾਰੇ ਵੀ ਅਸੀਂ ਡਿਸਕਸ ਕਰਾਂਗੇ। ਉੱਘੇ ਕਵੀ ਵਰਵਰਾ ਰਾਓ ਨੂੰ ਮੈਡੀਕਲ ਆਧਾਰ ਤੇ 6 ਮਹੀਨਿਆਂ ਦੀ ਜ਼ਮਾਨਤ ਦਿੱਤੀ ਗਈ ਤੇ ਹੋਰ ਵੀ ਅਸੀਂ ਕਈ ਸਾਰੇ ਮੁੱਦੇ ਆ ਜਿਹੜੇ ਉਸ ਤੁਹਾਡੇ ਸਾਹਮਣੇ ਅੱਜ ਲੈ ਕੇ ਹਾਜ਼ਰ ਹੋ ਰਹੇ ਹਾਂ। ਤੇ ਮੇਰੇ ਨਾਲ ਨੇ ਸਰਦਾਰ MP ਸਿੰਘ ਜੀ, ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ, ਜੀ ਆਇਆਂ ਨੂੰ ਤੁਹਾਨੂੰ ਤੁਹਾਡਾ ਇਸ ਪ੍ਰੋਗਰਾਮ ਵਿੱਚ। ਪਿੰਟਰ ਸਾਹਿਬ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਕਿਸਾਨੀ ਅੰਦੋਲਨ ਦੀ ਪਲ-ਪਲ ਦੀ ਜਾਣਕਾਰੀ ਰੋਜ਼ਾਨਾ ਸਾਡੇ ਦਰਸ਼ਕਾਂ ਤੱਕ ਤੁਸੀਂ ਅਪਡੇਟ ਪਹੁੰਚਾਉਂਦੇ ਰਹਿੰਦੇ ਹੋ। ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ। ਮਿਹਰਬਾਨੀ ਜੀ, ਮੇਰਾ ਫਰਜ਼ ਹੈ ਜਿਹੜੀ ਇਨਫੋਰਮੇਸ਼ਨ ਐਡਾ ਵਿਸ਼ਵ ਵਿਆਪੀ ਅੰਦੋਲਨ ਚੱਲ ਰਿਹਾ, ਜਿਹਨੂੰ ਵਿਸ਼ਵ ਵਿਆਪੀ ਇਸ ਕਰਕੇ ਕਿਹਾ ਜਾਂਦਾ ਕਿ ਹੁਣ ਪੰਜਾਬ ਤੱਕ ਸੀਮਤ ਨਹੀਂ ਹੈ, ਭਾਰਤ ਤੱਕ ਸੀਮਤ ਨਹੀਂ ਹੈ, ਸਗੋਂ ਪੂਰੇ ਸੰਸਾਰ ਵਿੱਚ ਫੈਲ ਚੁੱਕਿਆ। ਵਿਸ਼ਵ ਵਿਆਪੀ ਇਸ ਕਰਕੇ ਕਹਿੰਦੇ ਆ ਤੇ ਸਾਡਾ ਫਰਜ਼ ਬਣਦਾ ਕਿ ਉਸ ਇੰਪੋਰਟੈਂਟ ਐਜੀਟੇਸ਼ਨ ਦੇ ਬਾਰੇ ਜਿਹੜੀ ਆ ਉਹ ਇਨਫੋਰਮੇਸ਼ਨ ਆਪਦੇ ਸਰੋਤਿਆਂ ਨਾਲ, ਆਪਦੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਹੀਏ ਜੀ। ਭਾਰਤ ਸਰਕਾਰ ਦਿਨ ਬ ਦਿਨ ਜਿਹੜੇ ਤਾਨਾਸ਼ਾਹੀ ਰੁਪਈਆ ਮਤਲਬ ਦਿਖਾ ਰਹੀ ਆ ਕਿਸਾਨਾਂ ਪ੍ਰਤੀ, ਕੀ ਕਾਰਨ ਨੇ? ਉਹ ਹਰ ਪਾਸਿਓਂ ਉਹਨਾਂ ਦੀ ਚਫੇਰਿਓਂ ਨਿੰਦਾ ਹੋ ਰਹੀ ਹੈ ਤੇ ਸਰਕਾਰ ਟੱਸ ਤੋਂ ਮਸ ਨਹੀਂ ਹੋ ਰਹੀ। ਕੀ ਕਹਿੰਦੇ ਤੁਸੀਂ ਇਹਦੇ ਬਾਰੇ? ਦੇਖੋ, ਤਾਨਾਸ਼ਾਹੀ ਤਾਂ ਇਹ ਹੈ ਹੀ ਜੀ। ਜਦੋਂ 2014 ਦੇ ਵਿੱਚ ਭਾਰਤ ਦੀ ਜਿਹੜੀ ਸੱਤਾ ਪਲਟੀ ਹੋਈ ਸੀਗੀ, ਤਬਦੀਲੀ ਹੋਈ ਸੀ, ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਮੈਜੋਰਿਟੀ ਦੇ ਨਾਲ ਸੱਤਾ ਤੇ ਕਾਬਜ਼ ਹੋਈ ਸੀ। ਤਦ ਤੋਂ ਹੀ ਇਹ ਲੱਗਦਾ ਹੀ ਸੀਗਾ ਕਿ ਹੁਣ ਇਹਨਾਂ ਦਾ ਵਤੀਰਾ ਜਿਹੜਾ ਤਾਨਾਸ਼ਾਹੀ ਵਾਲਾ ਹੋਊਗਾ। ਠੀਕ ਹੈ, ਜਿਸ ਤਰੀਕੇ ਦੇ ਨਾਲ ਹਰ ਸਟੈਪ ਚੁੱਕਿਆ ਜਾ ਰਿਹਾ ਸਰਕਾਰ ਵੱਲੋਂ, ਔਰ ਉਹਦੇ ਵਿੱਚ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਇਹਨੂੰ ਇਸੇ ਗੱਲ ਨੂੰ ਤਾਨਾਸ਼ਾਹੀ ਕਹਿੰਦੇ। ਪਹਿਲਾਂ ਜਿਹੜੀ ਹੈਗੀ ਸੀਗੀ 3 ਤਲਾਕ ਦੀ ਗੱਲ, ਧਾਰਾ 370 ਖਤਮ ਕਰਨ ਦੀ ਗੱਲ, GST ਲਾਗੂ ਕਰਨ ਦੀ ਗੱਲ, ਨੋਟਬੰਦੀ ਦੀ ਗੱਲ, ਇਹ ਸਾਰੀਆਂ ਜਿਹੜੀਆਂ ਬਹੁਤ ਮੇਜਰ ਘਟਨਾਵਾਂ ਹਿੰਦੁਸਤਾਨ ਦੇ ਵਿੱਚ ਹੋਈਆਂ, ਔਰ ਲੋਕਾਂ ਦਾ ਵਿਰੋਧ ਵੀ ਹੋਇਆ, ਪਰ ਲੋਕਾਂ ਦੇ ਵਿਰੋਧ ਨੂੰ ਕਿਸੇ ਨੇ ਜਾਣਿਆ ਹੀ ਨਹੀਂ। ਜਦੋਂ ਕਰੋਨਾ ਆਪਣੀ ਚਰਮ ਸੀਮਾ ਤੇ ਸੀ, ਤਦ ਇੱਕ ਅੰਦੋਲਨ ਚੱਲ ਰਿਹਾ ਸੀਗਾ, ਨਾਗਰਿਕਤਾ ਅੰਦੋਲਨ। ਉਹਨੂੰ ਵੀ ਬੁਰੀ ਤਰ੍ਹਾਂ ਕੁਚਲਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਉਸ ਅੰਦੋਲਨ ਨੂੰ ਵੀ ਵਿਦੇਸ਼ਾਂ ਦੀ ਜਿਹੜੀ ਸਰਪ੍ਰਸਤੀ ਹਾਸਲ ਕਰਕੇ ਇਹ ਅੰਦੋਲਨ ਸ਼ੁਰੂ ਕਰਨ ਦੀ ਜਿਹੜੀ ਗੱਲ ਕਹੀ ਗਈ ਸੀ, ਧੱਬਾ ਲਾਇਆ ਗਿਆ ਸੀ ਉਹਨਾਂ ਤੇ। ਫਿਰ ਉਹਨਾਂ ਨੂੰ ਇਹ ਕਿਹਾ ਗਿਆ ਸੀ ਇਹ ਨਕਸਲੀਆਂ ਦਾ ਅੰਦੋਲਨ ਆ, ਇਹ ਦੇਸ਼ ਦੇ ਵੱਖਵਾਦੀਆਂ ਦਾ ਅੰਦੋਲਨ ਆ, ਟੁਕੜੇ ਗੈਂਗ ਦਾ ਅੰਦੋਲਨ ਆ। ਇਸ ਤਰੀਕੇ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ, ਇਹ ਸਾਰਾ ਕੁਛ ਤਾਨਾਸ਼ਾਹੀ ਤੋਂ ਨਿਕਲਦਾ ਸੀਗਾ। ਔਰ ਕਰੋਨਾ ਦੇ ਬਹਾਨੇ ਉਸ ਅੰਦੋਲਨ ਨੂੰ ਵੀ ਜਿਹੜਾ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਰਕਾਰ ਦੀ ਹਿੰਮਤ ਨਹੀਂ ਪਈ ਉਹਨਾਂ ਕਾਨੂੰਨਾਂ ਨੂੰ, ਉਹ ਨਾਗਰਿਕਤਾ ਕਾਨੂੰਨ ਜਿਹੜੇ ਬਣਾਏ ਗਏ ਸੀ ਉਹਨਾਂ ਨੂੰ ਲਾਗੂ ਕਰ ਸਕੇ। ਹੁਣ ਜਿਹੜਾ ਇਸ ਵੇਲੇ ਕਰੰਟ ਐਜੀਟੇਸ਼ਨ ਚੱਲ ਰਹੀ ਹੈ ਫਾਰਮਰਸ ਦੀ, ਜਿਹਨੂੰ ਪੂਰੇ ਸੰਸਾਰ ਦੇ ਵਿੱਚ ਇੱਕ ਬਹੁਤ ਵੱਡਾ ਹੁੰਗਾਰਾ, ਹੁਲਾਰਾ, ਮਾਨਤਾ ਮਿਲੀ ਹੋਈ ਹੈ, ਇਹਦੀ ਜੇ ਗੱਲ ਕਰੀਏ ਤੇ ਇਹਦੇ ਵਿੱਚ ਵੀ ਉਹਨਾਂ ਨੇ ਪੂਰਾ ਆਪਣਾ ਤਾਨਾਸ਼ਾਹੀ ਵਤੀਰਾ ਜਿਹੜਾ ਉਹ ਅਪਣਾਇਆ ਹੋਇਆ। ਔਰ 22 ਜਨਵਰੀ ਤੱਕ ਲਗਾਤਾਰ 11 ਮੀਟਿੰਗਾਂ ਹੋ ਚੁੱਕੀਆਂ ਸੀਗੀਆਂ ਸਰਕਾਰ ਦੀਆਂ ਤੇ ਕਿਸਾਨ ਜਥੇਬੰਦੀਆਂ ਦੀਆਂ, ਜਿਹਦੇ ਵਿੱਚ ਕਿਸਾਨਾਂ ਨੇ ਸਾਬਤ ਕਰ ਦਿੱਤਾ ਕਿ ਜਿਹੜੇ ਕਾਨੂੰਨ ਤੁਸੀਂ ਲਾਗੂ ਕਰਨ ਜਾ ਰਹੇ ਹੋ, ਤੱਟ-ਫੱਟ ਤੁਸੀਂ ਪਾਸ ਕੀਤੇ ਆ ਪਾਰਲੀਮੈਂਟ ਵਿੱਚ, ਲੋਕ ਸਭਾ 'ਚ, ਰਾਜ ਸਭਾ 'ਚ, ਬਿਨਾਂ ਬਹਿਸ ਕੀਤਿਆਂ, ਔਰ ਰਾਸ਼ਟਰਪਤੀ ਕੋਲੋਂ ਫਟਾਫਟ ਸਾਈਨ ਕਰਵਾ ਲਿਆ। ਇਹ ਕਾਨੂੰਨਾਂ ਦੇ ਵਿੱਚ ਜਿਹੜੀ ਕਿਸਾਨੀ ਦੀ ਹੋਣੀ ਦਾ ਸਵਾਲ ਹੈ, ਕਿਸਾਨੀ ਨੂੰ ਤਬਾਹ ਕਰ ਦੇਣਗੇ ਇਹ ਕਾਨੂੰਨ। ਪਰ ਇਕੱਲੇ ਕਿਸਾਨੀ ਨਾਲ ਨਹੀਂ ਸੰਬੰਧਿਤ, ਇਹ ਸਗੋਂ ਆਮ ਲੋਕਾਂ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਪਰ ਸਰਕਾਰ ਮੰਨਣ ਨੂੰ ਤਿਆਰ ਹੀ ਨਹੀਂ। ਬਿਲਕੁਲ ਜੀ। ਕਿਸਾਨਾਂ ਨੇ ਹਰ ਮੱਦ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਉਹਦੀ ਇਲੈਬੋਰੇਸ਼ਨ ਕੀਤੀ ਹੈ, ਉਹਦੇ ਬਾਰੇ ਵੇਰਵੇ ਦਿੱਤੇ ਆ, ਪਰ ਕਿਸੇ ਨੇ ਮੰਨਣਾ ਹੋਵੇ ਤਾਂ ਹੀ ਆ ਨਾ ਜੀ। ਪਾਰਲੀਮੈਂਟ ਦੇ ਵਿੱਚ ਬਜਟ ਸੈਸ਼ਨ ਦੇ ਦੌਰਾਨ ਜੋ ਦੇਸ਼ ਦੇ ਖੇਤੀ ਮੰਤਰੀ ਵੱਲੋਂ ਕਿਹਾ ਗਿਆ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ, ਜੋ ਰਾਸ਼ਟਰਪਤੀ ਭਾਸ਼ਣ ਦੇ ਵਿੱਚ ਗੱਲਾਂ ਕਹੀਆਂ ਗਈਆਂ, ਉਹ ਤੋਂ ਲੱਗਦਾ ਸੀ ਕਿ ਸਰਕਾਰ ਆਪਦੇ ਵਤੀਰੇ ਨੂੰ ਬਦਲਣ ਲਈ ਤਿਆਰ ਨਹੀਂ ਹੈ। ਉਹ ਉਸੇ ਗੱਲ ਤੇ ਹੀ ਪਹਿਰਾ ਦੇ ਰਿਹਾ ਸੀ
ਜਿਸ ਗੱਲ ਤੇ ਉਹਨਾਂ ਨੇ ਜਿਸ ਗੱਲ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਾਨੂੰਨ ਜਿਹੜੇ ਆ ਉਹ ਬਣਾਏ ਔਰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਹੈਗੇ ਆ। ਦੂਜੇ ਪਾਸੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਸਰਕਾਰ ਦੀ ਤਾਨਾਸ਼ਾਹੀ ਦਾ, ਉਹਨਾਂ ਵੱਲੋਂ ਜਿਹੜਾ ਮੂੰਹ ਤੋੜਵਾਂ ਜਵਾਬ ਜਿਹੜਾ ਦਿੱਤਾ ਜਾ ਰਿਹਾ ਹਰ ਗੱਲ ਤੇ। ਪਿਛਲੇ 3 ਮਹੀਨੇ ਹੋ ਗਏ ਆ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਵੱਖਰੇ ਵੱਖਰੇ ਸੜਕਾਂ ਦੇ ਉੱਤੇ ਮੋਰਚੇ ਲਾ ਕੇ ਬੈਠੇ ਆ। 5 ਥਾਵਾਂ ਤੇ ਮੋਰਚੇ ਜਿਹੜੇ ਚੱਲ ਰਹੇ ਹੈਗੇ ਆ। ਇਸ ਤੋਂ ਇਲਾਵਾ ਦੇਸ਼ ਦੇ ਹਰ ਸੂਬੇ ਦੇ ਵਿੱਚ ਹੀ ਜਿਹੜੀ ਆ ਉਹ ਕਿਸਾਨੀ ਲਹਿਰ ਜਿਹੜੀ ਆ ਉੱਠੀ ਆ ਔਰ ਕਿਸਾਨ ਇਹਨਾਂ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਿਹਾ ਜੀ। ਪਿੱਛੇ ਜਿਹੜੀਆਂ ਆਪਣੇ ਕਿਸਾਨ ਫੜੇ ਗਏ ਸੀਗੇ ਉਹਨਾਂ ਤੇ ਕੋਈ ਕਿਸੇ ਤੇ ਕੋਈ 307 ਦੀ ਧਾਰਾ ਲਾਤੀ, ਕੋਈ ਕਿੰਨੀਆਂ ਲਾਤੀਆਂ, ਕੋਈ ਕਿੰਨੀਆਂ ਲਾਤੀਆਂ, ਪਰ ਹੁਣ ਹੌਲੀ ਹੌਲੀ ਕਰਕੇ ਉਹਨਾਂ ਦੀਆਂ ਜ਼ਮਾਨਤਾਂ ਹੋਣ ਜਾ ਰਹੀਆਂ ਹੋਣ ਲੱਗ ਗਈਆਂ। ਠੀਕ ਹੈ ਜੀ। ਉੱਘੇ ਕਵੀ ਵਰਵਰਾ ਰਾਓ ਜੀ ਵੀ ਇਸ ਜਿਹੜੇ ਮੁਹਿੰਮ ਦੇ ਵਿੱਚ 6 ਮਹੀਨੇ ਦੀ ਮਤਲਬ ਜਿਹੜੀ ਹੈਗੀ ਆ ਉਹਦੀ ਜ਼ਮਾਨਤ ਹੋ ਗਈ। ਦੇਖੋ ਜਿਹੜੇ ਵਰਵਰਾ ਰਾਓ ਜੀ ਤੁਸੀਂ ਗੱਲ ਕਰਦੇ ਆ ਇਹਦਾ ਕਿਸਾਨੀ ਅੰਦੋਲਨ ਨਾਲ ਸਿੱਧਾ ਸੰਬੰਧ ਨਹੀਂ ਸੀ। ਹਾਂਜੀ ਬਿਲਕੁਲ। ਇਹ ਇੱਕ ਬਹੁਤ ਪ੍ਰੌੜ ਇਨਕਲਾਬੀ ਕਵੀ ਹੈ ਜਿਹੜੇ ਸਮਝਦੇ ਆ ਕਿ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀ ਆ, ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕੀ ਆ, ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕੀ ਆ, ਬੋਲਣ ਦੀ ਆਜ਼ਾਦੀ ਕੀ ਹੋਣੀ ਚਾਹੀਦੀ ਆ, ਮਨੁੱਖੀ ਅਧਿਕਾਰ ਕੀ ਹੈ। ਇਹ ਬਜ਼ੁਰਗ ਕਵੀ ਹੈ, ਬਹੁਤ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਔਰ ਬਿਮਾਰ ਹੈ। ਹਾਂਜੀ। ਵੀਲ ਚੇਅਰ ਤੇ ਇਹ ਹੈਗੇ। ਇਹਨਾਂ ਦੇ ਬਾਰੇ ਜਿਹੜੀ ਇੰਪੋਰਟੈਂਟ ਗੱਲ ਹੈ ਕਿਸਾਨੀ ਅੰਦੋਲਨ ਨਾਲ ਜੋੜ ਕੇ ਜੇ ਕੀਤੀ ਜਾਵੇ ਤਾਂ ਇਹ ਆ ਕਿ ਪਿੱਛੇ ਜੇ ਮਨੁੱਖੀ ਅਧਿਕਾਰਾਂ ਦੇ ਸੰਬੰਧ ਵਿੱਚ ਇੱਕ ਦਿਨ ਮਨਾਇਆ ਗਿਆ ਟਿਕਰੀ ਬਾਰਡਰ ਦੇ ਉੱਤੇ। ਇਹ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਸੀਗਾ ਤੇ ਉਦੋਂ ਵਰਵਰਾ ਰਾਓ ਦਾ ਨਾਂ ਆਇਆ, ਹੋਰ ਵੀ ਬਹੁਤ ਸਾਰੇ ਲੋਕਾਂ ਦਾ ਨਾਂ ਆਇਆ। ਲੋਕ ਜਿਹੜੇ ਉਸ ਦਿਨ ਸ਼ਮੂਲੀਅਤ ਕੀਤੀ ਉਹਨਾਂ ਨੇ ਰੈਲੀ ਦੇ ਵਿੱਚ ਟਿਕਰੀ ਬਾਰਡਰ ਤੇ, ਉਹਨਾਂ ਨੇ ਉਹਨਾਂ ਸਾਰੇ ਲੋਕਾਂ ਦੀਆਂ ਤਸਵੀਰਾਂ ਆਪਦੇ ਹੱਥਾਂ 'ਚ ਫੜੀਆਂ ਗਈਆਂ ਸੀ ਜਿਨ੍ਹਾਂ ਨੂੰ ਬੁੱਧੀਜੀਵੀ ਅਸੀਂ ਕਹਿੰਦੇ, ਇੰਟਲੈਕਚੁਅਲ ਕਹਿੰਦੇ, ਸਿਆਣੇ ਕਹਿੰਦੇ, ਸਮਾਜ ਦੀ ਅਗਵਾਈ ਕਰਨ ਵਾਲੇ ਲੋਕ ਕਹਿੰਦੇ। ਉਦੋਂ ਭਾਰਤ ਸਰਕਾਰ ਨੂੰ ਬਹੁਤ ਮਿਰਚਾਂ ਲੱਗੀਆਂ ਕਿ ਇਹ ਉਹਨਾਂ ਲੋਕਾਂ ਦੀ ਰਿਹਾਈ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੂੰ ਅਸੀਂ ਕਿਸੇ ਨਾ ਕਿਸੇ ਪੁੱਠੇ ਸਿੱਧੇ ਕਾਨੂੰਨ ਤਹਿਤ ਅੰਦਰ ਕੀਤਾ ਹੋਇਆ। ਇਹਨਾਂ ਤੇ ਵਰਵਰਾ ਰਾਓ ਤੇ ਦੇਸ਼ ਨੂੰ ਪਲਟਾਉਣ ਦਾ, ਦੇਸ਼ ਦੀ ਸੱਤਾ ਨੂੰ ਪਲਟਾਉਣ ਦਾ, ਦੇਸ਼ ਧਰੋਹ ਦਾ ਮੁਕੱਦਮਾ। ਪਰ ਉਹ ਹੁਣ ਬਹੁਤ ਜ਼ਿਆਦਾ ਗੰਭੀਰ ਬਿਮਾਰ ਸੀ। 6 ਮਹੀਨਿਆਂ ਦੀ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ, ਰਿਹਾਈ ਦਿੱਤੀ ਗਈ ਹੈ, ਜ਼ਮਾਨਤ ਦਿੱਤੀ ਗਈ ਹੈ ਕਿ ਉਹ ਆਪਦਾ ਇਲਾਜ ਕਰਵਾ ਸਕਣ। ਜ਼ਮਾਨਤਾਂ ਦੀ ਗੱਲ ਹੀ ਆਪਾਂ ਕਰ ਰਹੇ ਸੀਗੇ ਕਿ ਹੁਣ ਜਿਹੜੇ ਵਾਤਾਵਰਨ ਐਕਟਿਵਿਸਟ ਦਿਸ਼ਾ ਰਾਣੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਦੂਸਰੇ ਪਾਸੇ ਜਿਹੜੀ ਸੀਗੀ ਨਵਦੀਪ ਕੌਰ ਨੂੰ ਹਲੇ ਜ਼ਮਾਨਤ ਨਾ ਮਿਲਣ ਦੇ ਕਾਰਨ ਕੀ ਆ? ਇਹਦਾ ਕੀ ਸਮਝਦੇ ਆ ਤੁਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਦੇਖ ਸਕਦੇ ਹਾਂ ਸਾਰਿਆਂ ਨੂੰ ਜ਼ਮਾਨਤਾਂ ਮਿਲ ਸਕਣ? ਭੁਪਿੰਦਰ ਸਾਹਿਬ ਥੋੜੇ ਦਿਨ ਪਹਿਲਾਂ ਟੂਲ ਕਿੱਟ ਦੇ ਬਾਰੇ ਕੀਤਾ ਸੀਗਾ। ਬਿਲਕੁਲ। ਟੂਲ ਕਿੱਟ ਦਾ ਨਾਂ ਜਦੋਂ ਆਉਂਦਾ ਵਾ ਤੇ ਦਿਸ਼ਾ ਰਵੀ ਦਾ ਨਾਂ ਆਉਂਦਾ। ਹਾਂਜੀ ਹਾਂਜੀ। ਕੱਲੀ ਦਿਸ਼ਾ ਰਵੀ ਦਾ ਨਹੀਂ, ਹੋਰ ਵੀ ਇੰਡੀਆ ਤੋਂ ਤੇ ਇੰਡੀਆ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਜਿਹੜੇ ਐਕਟਿਵਿਸਟ ਹੈਗੇ ਉਹਨਾਂ ਦਾ ਨਾਂ ਆਉਂਦਾ। ਹਾਂਜੀ ਹਾਂਜੀ। ਇਹਨਾਂ ਲੋਕਾਂ ਨੇ ਕਿਸਾਨੀ ਅੰਦੋਲਨ ਦੀ ਸਪੋਰਟ ਕੀਤੀ ਸੀ। ਹਮ ਉਹਦੇ ਲਈ ਉਹਨਾਂ ਦੇ ਵਾਸਤੇ ਹਮ ਜਿਹੜਾ ਹਾਂ ਦਾ ਨਾਰਾ ਮਾਰਿਆ ਸੀ। ਦਿਸ਼ਾ ਰਵੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਇਹ ਕਹਿ ਕੇ ਰੌਲਾ ਪਾਇਆ ਗਿਆ ਮੀਡੀਆ ਵਿੱਚ ਵੀ, ਉਂਝ ਵੀ ਸਿਆਸੀ ਤੌਰ ਤੇ ਵੀ, ਸਿਆਸੀ ਪੱਧਰ ਤੇ ਵੀ, ਕਿ ਇਹ ਤਾਂ ਇੱਕ ਯੰਗ ਜਨਰੇਸ਼ਨ ਦਾ ਟੋਲਾ ਜਿਹੜਾ ਦੇਸ਼ ਦੇ ਲਈ ਬਹੁਤ ਵੱਡਾ ਨੁਕਸਾਨ ਕਰ ਦੂਗਾ ਤੇ ਦੇਸ਼ ਧਰੋਹ ਦੇ ਕੇਸ ਇਹਨਾਂ ਤੇ ਪਾਏ ਗਏ। ਬਿਲਕੁਲ। ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰ ਲਿਆ। ਬਹੁਤ ਸਾਰੇ ਅਜੇ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਆ। ਕੁਝ ਲੋਕਾਂ ਦੀਆਂ ਜ਼ਮਾਨਤਾਂ ਅਗਾਊਂ ਜ਼ਮਾਨਤਾਂ ਹੋ ਗਈਆਂ, ਕੁਝ ਨਹੀਂ ਹੋ ਸਕੀਆਂ, ਅਜੇ ਪ੍ਰੋਸੈਸ ਚੱਲ ਰਹੀ ਹੈ। ਦਿਸ਼ਾ ਰਵੀ ਨੂੰ ਦਿੱਲੀ ਲਿਆਂਦਾ ਗਿਆ ਤੇ ਕੱਲ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਜਾਂ ਉੱਤੇ ਜਦੋਂ ਕੇਸ ਚੱਲਦਾ ਸੀ ਉੱਤੇ ਬਹਿਸ ਹੋਈ, ਜਿਹੜਾ ਹੋਈ, ਤਾਂ ਦਿਸ਼ਾ ਰਵੀ ਦਾ ਇੱਕ ਬਹੁਤ ਇੰਪੋਰਟੈਂਟ ਬਿਆਨ ਸੀਗਾ ਕਿ ਜੇ ਕਿਸਾਨਾਂ ਦੀ ਹਮਾਇਤ ਕਰਨਾ ਜਾਂ ਕਿਸਾਨਾਂ ਦੀ ਕਿਸੇ ਦੀ ਵੀ ਹਮਾਇਤ ਵਿੱਚ ਬੋਲਣਾ, ਅੰਦੋਲਨ ਕਰ ਰਹੇ ਲੋਕਾਂ ਦੀ ਹਮਾਇਤ ਵਿੱਚ ਬੋਲਣਾ ਬਹੁਤ ਵੱਡਾ ਜੁਰਮ ਹੈ ਤੇ ਮੈਨੂੰ ਜੇਲ੍ਹ ਦੇ ਅੰਦਰ ਹੀ ਰਹਿਣ ਦਿਓ, ਮੈਂ ਬਾਹਰ ਨਹੀਂ ਜਾਣਾ। ਜੇ ਬਾਹਰ ਜਾ ਕੇ ਸਾਨੂੰ ਬੋਲਣ ਦੀ ਇਜਾਜ਼ਤ ਹੀ ਹੈ ਨਹੀਂ ਤਾਂ ਫਿਰ ਅਸੀਂ ਬਾਹਰ ਨਿਕਲ ਕੇ ਕਰਨਾ ਵੀ ਕੀ? ਮਤਲਬ ਉਹਨੇ ਇੱਕ ਪ੍ਰੋਟੈਸਟ ਕੀਤਾ ਕਿ ਮੈਨੂੰ ਤੁਸੀਂ ਗਲਤ ਕਾਨੂੰਨ ਤਹਿਤ, ਮੈਂ ਦੇਸ਼ ਧਰੋਹੀ ਨਹੀਂ ਆ, ਮੈਂ ਕਿਸਾਨਾਂ ਦੀ ਹਮਾਇਤ ਜ਼ਰੂਰ ਕਰਦੀ। ਔਰ 22-23 ਸਾਲਾਂ ਦੀ ਕੁੜੀ ਹੈ। ਇਹਨੇ ਬਹੁਤ ਜਿਸ ਬੇਬਾਕੀ ਨਾਲ, ਜਿਸ ਧੜੱਲੇ ਦੇ ਨਾਲ ਇਹ ਬਿਆਨ ਦਿੱਤਾ, ਅਦਾਲਤ ਦੇ ਉੱਤੇ ਪ੍ਰਭਾਵ ਪੈਣਾ ਤਾਂ ਕੁਦਰਤੀ ਸੀਗਾ। ਅਦਾਲਤ ਨੇ ਉਹਨੂੰ ਬਰੀ ਤਾਂ ਨਹੀਂ ਕੀਤਾ, ਜ਼ਮਾਨਤ ਦੇ ਕੇਸ ਚੱਲੂਗਾ ਕਿ ਇਹੋ ਜਿਹੇ ਕੇਸ ਚੱਲਦੇ ਹੀ ਹੁੰਦੇ ਆ ਜਦੋਂ ਅੰਦੋਲਨ ਦੇ ਦੌਰਾਨ।
ਕਈ ਵਾਰੀ ਸਰਕਾਰਾਂ ਝੁਕਦੀਆਂ ਹੁੰਦੀਆਂ, ਉਹ ਕੇਸ ਵਾਪਸ ਵੀ ਲੈ ਲੈਂਦੀਆਂ, ਜ਼ਮਾਨਤਾਂ ਵੀ ਹੁੰਦੀਆਂ। ਇਹ ਇੱਕ ਉਹ ਪ੍ਰਕਿਰਿਆ ਹੈਗੀ ਆ। ਪਰ ਸਰਕਾਰ ਦੇ ਮੂੰਹ ਤੇ ਇੱਕ ਬਹੁਤ ਵੱਡਾ ਤਮਾਚਾ ਕਿ ਅਦਾਲਤ ਨੇ ਸਰਕਾਰ ਵੱਲੋਂ ਉਹਦੇ ਉੱਤੇ ਪਾਇਆ ਗਿਆ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਸੀ ਉਹ ਮੰਨਿਆ ਨਹੀਂ ਤੇ ਜ਼ਮਾਨਤ ਦੇ ਦਿੱਤੀ। ਜੇ ਸੱਚੀ ਮੁੱਚੀ ਦੇਸ਼ ਧਰੋਹੀ ਹੁੰਦੀ ਉਹ ਤਾਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਸੀ ਆਉਣ ਦੇਣਾ। ਜਿਸ ਤਰ੍ਹਾਂ ਤੁਸੀਂ ਨੌਦੀਪ ਦੀ ਗੱਲ ਕੀਤੀ ਹੈ, ਨੌਦੀਪ ਦੇ ਉੱਤੇ ਕੇਸ ਹੋਰ ਹੈ, ਉੱਤੇ ਕਤਲ ਦਾ ਮੁਕੱਦਮਾ ਜਿਹੜਾ ਦਰਜ ਕੀਤਾ ਹੋਇਆ, ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 307 ਦੀ ਧਾਰਾ ਹੇਠ ਉਹਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਉਹ ਮਨਜ਼ੂਰ ਨਹੀਂ ਹੋਈ ਅਜੇ, ਉਹ ਪੈਂਡਿੰਗ ਆ। ਹੋ ਸਕਦਾ ਉਹ ਕੱਲ ਨੂੰ ਉੱਤੇ ਵਿਚਾਰ ਚਰਚਾ ਹੋਵੇ। ਇੱਕ ਦਿਨ ਵਾਸਤੇ 24 ਤਰੀਕ ਤੱਕ ਲਈ ਉਹਨੂੰ ਪੈਂਡਿੰਗ ਕੀਤਾ ਗਿਆ ਸੀ। ਉਹ ਵੀ ਜਿਹੜੀ ਸੋਸ਼ਲ ਐਕਟਿਵਿਸਟ ਹੈਗੀ ਆ ਔਰ ਮਜ਼ਦੂਰਾਂ ਵਾਸਤੇ, ਕਿਸਾਨਾਂ ਵਾਸਤੇ ਉਹ ਲੜਦੀ ਹੈ। ਉਹ ਤਾਂ ਪਿਛੋਕੜ ਬਹੁਤ ਵਧੀਆ, ਉਂਝ ਪੰਜਾਬ ਦੀ ਕੁੜੀ ਹੈ ਤੇ ਪਰ ਉਹ ਹਰਿਆਣੇ ਦੇ ਵਿੱਚ ਉਹ ਜਿਹੜਾ ਸਿੰਘੂ ਬਾਰਡਰ ਹੈ ਉੱਥੇ ਦੇ ਇੰਡਸਟਰੀ ਏਰੀਆ ਦੇ ਵਿੱਚ ਉਹ ਲੋਕਾਂ ਨੂੰ ਲਾਮਬੰਦ, ਮਜ਼ਦੂਰਾਂ ਨੂੰ ਲਾਮਬੰਦ ਕਰਨ ਵਾਸਤੇ ਕੰਮ ਕਰਦੀ ਹੈ। ਤੇ ਉਸੇ ਲਾਮਬੰਦੀ ਦੌਰਾਨ ਜਦੋਂ ਇੱਕ ਫੈਕਟਰੀ ਦੇ ਵਿੱਚ ਮਜ਼ਦੂਰਾਂ ਨੇ ਹੜਤਾਲ ਕੀਤੀ ਤੇ ਉਸ ਵੇਲੇ ਮੌਕੇ ਤੇ ਹਾਜ਼ਰ ਸੀ। ਉਹਦੇ ਤੇ ਇਹ ਕੇਸ ਪਾਤਾ ਕਤਲ ਦਾ। 307 ਵੀ ਔਰਤ ਦਾ ਕਤਲ ਜਿਹੜਾ ਹੈਗਾ ਉਹ ਇਸ ਤਰ੍ਹਾਂ। ਇਹ ਕੇਸ ਵੀ ਮੈਨੂੰ ਲੱਗਦਾ ਕਿ ਖਾਰਿਜ ਤਾਂ ਹੋ ਹੀ ਜਾਣਾ, ਸਰਕਾਰ ਕੋਲੋਂ, ਪੁਲਿਸ ਕੋਲੋਂ ਸਾਬਤ ਨਹੀਂ ਕਰ ਹੋਣਾ। ਪਰ ਪੁਲਿਸ ਨੇ ਉੱਤੇ ਜਿਹੜੀਆਂ ਵਧੀਕੀਆਂ ਕੀਤੀਆਂ ਉਹਦੇ ਲਈ ਮਹਿਲਾ ਕਮਿਸ਼ਨ ਜਿਹੜਾ ਵਾ ਉਹਨੇ ਵੀ ਸਟੈਪ ਚੁੱਕਿਆ ਹੈਗਾ। ਔਰ ਬਹੁਤ ਸਾਰੇ ਹੋਰ ਜਿਹੜੇ ਜਥੇਬੰਦੀਆਂ ਹੈਗੀਆਂ, ਕਿਸਾਨਾਂ ਦੀਆਂ ਵੀ, ਮਜ਼ਦੂਰਾਂ ਦੀਆਂ ਵੀ, ਇੱਥੋਂ ਤੱਕ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੋਸ਼ਿਸ਼ ਕੀਤੀ ਹੈਗੀ ਆ, ਉਹਨੂੰ ਵੀ ਜ਼ਮਾਨਤ ਮਿਲਣ ਦੇ ਚਾਂਸਸ ਹੈਗੇ। ਹੁਣ ਤੱਕ 50 ਤੋਂ ਵਧੇਰੇ ਵਿਅਕਤੀ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਚੁੱਕੇ ਨੇ। ਉਹਨਾਂ ਬਾਰੇ ਤੁਹਾਡੇ ਕੋਲੇ ਨਵੀਂ ਜਾਣਕਾਰੀ ਕੀ ਆ? ਸਾਡੇ ਦਰਸ਼ਕਾਂ ਨੂੰ ਥੋੜਾ ਉਹਦੇ ਬਾਰੇ ਵੀ ਜਾਣਕਾਰੀ ਕਰੋ। ਭਿੰਡਰ ਸਾਹਿਬ, 26 ਜਨਵਰੀ ਦੀ ਜਿਹੜੀ ਲਾਲ ਕਿਲੇ ਵਾਲੀ ਘਟਨਾ ਹਾਂਜੀ ਕਿ ਬਹੁਤ ਸਾਰੇ ਲੋਕ ਜਿਹੜੇ ਲਾਲ ਕਿਲੇ ਤੇ ਪਹੁੰਚ ਗਏ, ਉਹਨਾਂ ਨੇ ਜਾ ਕੇ ਉੱਥੇ ਝੰਡਾ ਲਹਿਰਾਇਆ, ਕਿਸਾਨੀ ਦਾ ਝੰਡਾ ਵੀ, ਇੱਕ ਕੇਸਰੀ ਨਿਸ਼ਾਨ ਸਾਹਿਬ ਵੀ। ਤੇ ਉਸ ਘਟਨਾ ਦੇ ਸੰਬੰਧ ਵਿੱਚ ਤਕਰੀਬਨ 200 ਤੋਂ ਵੱਧ ਲੋਕਾਂ ਨੂੰ ਉੱਥੇ ਫੜਿਆ ਸੀ ਦਿੱਲੀ 'ਚ। ਉਹਦੇ ਲਈ ਬਾਹਰ 'ਚ ਵੱਖਰੇ ਵੱਖਰੇ ਮੋਰਚਿਆਂ ਤੇ ਵੀ ਪੁਲਿਸ ਨੇ ਛਾਪੇ ਮਾਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਵਿੱਚ ਵੀ ਕੁਝ ਲੋਕਾਂ ਨੂੰ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਵਾ ਉਹ ਵੀਡੀਓ ਵਿੱਚੋਂ ਕੱਢ ਕੇ ਨਾਲ ਮੈਚ ਕਰਕੇ ਉਹਨਾਂ ਨੂੰ ਜਿਹੜੇ ਨੋਟਿਸ ਭੇਜੇ ਜਾ ਰਹੇ ਜਿੱਦਾਂ ਦੀ ਗੱਲ ਹੈਗੀ ਹੈ। ਸੋ ਉਹ ਇਹਦੇ ਲਈ ਜਿਹੜੀ ਸੰਯੁਕਤ ਕਿਸਾਨ ਮੋਰਚਾ ਵਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਆਪੋ ਆਪਣੇ ਪੱਧਰ ਤੇ ਉਹਨਾਂ ਨੇ ਵਕੀਲਾਂ ਦੀਆਂ ਟੀਮਾਂ ਬਣਾਈਆਂ। ਪੰਜਾਬ ਸਰਕਾਰ ਨੇ ਵੀ ਬਣਾਈ, ਦਿੱਲੀ ਸਰਕਾਰ ਨੇ ਵੀ ਬਣਾਈ, ਕੇਜਰੀਵਾਲ ਗਵਰਨਮੈਂਟ ਨੇ ਵੀ। ਤੇ ਉਹ ਵਕੀਲਾਂ ਦੀਆਂ ਟੀਮਾਂ ਨੇ ਜੇਲ੍ਹਾਂ ਦੇ ਵਿੱਚ ਜਾ ਕੇ ਉਹਨਾਂ ਨੌਜਵਾਨਾਂ ਨਾਲ, ਉਹਨਾਂ ਬਜ਼ੁਰਗਾਂ ਨਾਲ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਨੂੰ ਨਜਾਇਜ਼ ਤਰੀਕੇ ਨਾਲ ਫੜਿਆ ਹੋਇਆ ਸੀ। ਉਹਨਾਂ ਤੇ ਤਸ਼ੱਦਦ ਵੀ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਨੌਜਵਾਨ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਕਰਤੇ ਗਏ ਸੀ, ਤੁਹਾਨੂੰ ਪਤਾ ਹੋਣਾ, ਪੱਤਰਕਾਰਾਂ ਨੂੰ ਵੀ ਫੜਿਆ ਗਿਆ ਸੀ, ਠੀਕ ਹੈ ਜੀ, ਇਸ ਤਰੀਕੇ ਨਾਲ। ਉਹਨਾਂ ਵਿੱਚੋਂ 50 ਦੇ ਕਰੀਬ ਜਿਹੜੇ ਵਿਅਕਤੀ ਆ ਉਹ ਹੁਣ ਤੱਕ ਰਿਹਾ ਹੋ ਚੁੱਕੇ, ਜ਼ਮਾਨਤ ਤੇ ਆ ਚੁੱਕੇ। ਕੇਸ ਚੱਲਣਗੇ ਬਾਅਦ 'ਚ ਉਹ ਸਾਬਤ ਪੁਲਿਸ ਕਰ ਸਕਦੀ ਕਿ ਨਹੀਂ ਕਰ ਸਕਦੀ, ਉਹ ਬਾਅਦ ਦੀਆਂ ਗੱਲਾਂ। ਪਰ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਹਫੜਾ ਦਫੜੀ ਦੇ ਵਿੱਚ ਕੇਸ ਪਾਏ ਸੀਗੇ, ਅਦਾਲਤਾਂ ਨੇ ਉਹਨਾਂ ਨੂੰ ਨਾਮਨਜ਼ੂਰ ਕਰਨ ਵਾਲੀ ਗੱਲ ਹੈ। ਜ਼ਮਾਨਤ ਉਦੋਂ ਮਿਲਦੀ ਹੈ ਜਦੋਂ ਕੇਸ ਵੀਕ ਹੁੰਦਾ ਜੀ। ਜੇ ਕੇਸ ਸਟਰੋਂਗ ਹੋਵੇ ਜ਼ਮਾਨਤ ਨਹੀਂ ਮਿਲਦੀ। ਬਿਲਕੁਲ ਜੀ, ਬਿਲਕੁਲ। ਸਰਦਾਰ MP ਸਿੰਘ ਜੀ, ਦੋ ਚਿਹਰੇ ਇਸ ਅੰਦੋਲਨ ਦੇ ਵਿੱਚ ਬਹੁਤ ਉੱਭਰ ਕੇ ਸਾਹਮਣੇ ਆਏ ਸੀਗੇ, ਦੀਪ ਸਿੱਧੂ ਤੇ ਲੱਖਾ ਸਿਧਾਣਾ। ਚਲੋ ਲੱਖੇ ਸਿਧਾਣੇ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਮੈਂ ਦੀਪ ਸਿੱਧੂ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਉਹਨਾਂ ਨੂੰ ਇਹ 26 ਜਨਵਰੀ ਦਾ ਜੋ ਵੀ ਵਾਕਿਆ ਹੋਇਆ ਸੀਗਾ ਉਹਦੇ ਵਿੱਚ ਸਭ ਤੋਂ ਸਾਹਮਣੇ ਨਾਂ ਜਿਹੜਾ ਸੀਗਾ ਦੀਪ ਸਿੱਧੂ ਦਾ ਆ ਰਿਹਾ ਸੀਗਾ। ਚਲੋ ਉਹਨਾਂ ਨੂੰ ਗ੍ਰਿਫਤਾਰੀ ਵੀ ਹੋ ਗਈ ਪਰ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਆ। ਮਤਲਬ ਉਹਦਾ ਮਤਲਬ ਰਿਮਾਂਡ ਖਤਮ ਹੋਇਆ, ਜ਼ਮਾਨਤ ਨਹੀਂ ਮਿਲੀ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਉਹ ਮਤਲਬ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਾਣਕਾਰੀ ਦਿਓ। 26 ਜਨਵਰੀ ਦੀ ਘਟਨਾ ਦੇ ਵਿੱਚ ਜਿਹੜੀਆਂ ਵੀਡੀਓ ਰਿਲੀਜ਼ ਹੋਈਆਂ ਵੱਖਰੇ ਵੱਖਰੇ ਚੈਨਲਾਂ ਤੋਂ ਵੀ ਜਾਂ ਸੋਸ਼ਲ ਮੀਡੀਆ ਤੇ ਵੀ ਘੁੰਮਦੀਆਂ ਸੀਗੀਆਂ, ਉਹ 'ਚੋਂ ਦੀਪ ਸਿੱਧੂ ਦੀ ਵੀਡੀਓ ਜਿਹੜੀ ਆ ਉਹ ਜ਼ਿਆਦਾ ਵਾਇਰਲ ਹੋਈ। ਬਹੁਤ ਸਾਰੇ ਲੋਕਾਂ ਨੇ ਦੇਖਿਆ ਕਿ ਉਹ ਦੀਪ ਸਿੱਧੂ ਮੌਕੇ ਤੇ ਸਫੈਦ ਪਗੜੀ ਉਹਨੇ ਪਾਈ ਹੋਈ ਆ, ਫਿਰ ਉਹ ਇੱਕ ਟਰੈਕਟਰ ਤੇ ਬੈਠ ਕੇ ਲਾਈਵ ਹੁੰਦਾ, ਫਿਰ ਇੱਕ ਮੋਟਰਸਾਈਕਲ ਤੇ ਉਹ ਭੱਜਿਆ ਜਾਂਦਾ, ਫਿਰ ਉਹ ਉਸ ਤੋਂ ਬਾਅਦ ਫਿਰ ਉਹ ਵੱਖਰੇ ਵੱਖਰੇ ਟਾਈਮ ਤੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਆਪਣਾ ਪੱਖ ਰੱਖਦਾ। ਬਿਨਾਂ ਸ਼ੱਕ ਜੇ ਇਹਦਾ ਪਿਛੋਕੜ ਦੇਖਿਆ ਜਾਵੇ ਤੇ ਦੀਪ ਸਿੱਧੂ ਨੇ ਜਦੋਂ ਸ਼ੰਭੂ ਬਾਰਡਰ ਤੇ ਆਪਦਾ ਮੋਰਚਾ ਵੱਖਰਾ ਲਾਇਆ ਸੀ ਤਾਂ ਉਦੋਂ ਹੀ ਉਹਦੇ
ਭਾਵੇਂ ਉਹ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰਦਾ ਸੀ ਪਰ ਉਹਦੇ ਵਿਚਾਰ ਵੱਖਰੇ ਸੀ, ਉਹਦੀ ਪਹੁੰਚ ਵੱਖਰੀ ਸੀ, ਅਪਰੋਚ ਵੱਖਰੀ ਸੀ, ਸੁਰ ਵੀ ਉਹਨਾਂ ਦੀ ਕਿਸਾਨੀ ਅੰਦੋਲਨ ਤੋਂ ਵੱਖਰੀ ਸੁਰ ਵੱਖਰੀ ਸੀ, ਵੱਖਰੀ ਸੁਰ। ਠੀਕ ਹੈ ਜੀ। 25 ਜਨਵਰੀ ਦੀ ਰਾਤ ਨੂੰ, ਯਾਨੀ 26 ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਦੀ ਰਾਤ ਨੂੰ ਅਚਨਚੇਤੀ ਮੋਰਚੇ ਉੱਤੇ ਸਿੰਘੂ ਬਾਰਡਰ ਤੇ ਖਾਸ ਕਰਕੇ ਖਲਬਲੀ ਮਚ ਗਈ। ਖਲਬਲੀ ਇਸ ਕਰਕੇ ਮਰ ਗਈ ਕਿ ਦੀਪ ਸਿੱਧੂ ਦੇ ਜਿਹੜੇ ਹਮਾਇਤੀ ਸੀ ਬਹੁਤ ਸਾਰੇ ਲੋਕ, ਉਹਨਾਂ ਨੇ ਉਸ ਸਟੇਜ ਦੇ ਉੱਤੇ ਕਬਜ਼ਾ ਕਰਕੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਆਓ, ਸਾਡੀ ਇਹਨਾਂ ਗੱਲਾਂ ਦੇ ਜਵਾਬ ਦਿਓ। ਜਵਾਬ ਕੀ ਸੀ? ਮੋਟੇ ਤੌਰ ਤੇ ਉਹ ਕਹਿੰਦੇ ਸੀਗੇ ਕਿ ਤੁਸੀਂ ਪਹਿਲਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਕੀਤਾ ਜਾ ਕੇ ਕਿ ਅਸੀਂ ਦਿੱਲੀ ਦੇ ਲਾਲ ਕਿਲ੍ਹੇ ਤੇ ਜਾਣਾ, ਅਸੀਂ ਜਿਹੜੀ ਹੈਗੀ ਰਿੰਗ ਰੋਡ ਤੇ ਜਾਣਾ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ, ਜਿਹੜਾ ਪੁਲਿਸ ਨੇ ਨਿਰਧਾਰਿਤ ਕੀਤੇ ਰੂਟ ਅਸੀਂ ਉਹ ਤੇ ਜਾਵਾਂਗੇ, ਸਾਨੂੰ ਇਹ ਗੱਲਾਂ ਮਨਜ਼ੂਰ ਨੇ। ਸੋ ਮਤਲਬ ਉਹ ਲੱਗਦਾ ਸੀਗਾ ਕਿ ਕਨਫਲਿਕਟ ਹੋ ਜਾਣਾ। ਇਹ 25 ਦੀ ਰਾਤ ਨੂੰ ਹੀ ਪਤਾ ਲੱਗ ਗਿਆ ਸੀਗਾ, ਤਕਾਲਾ ਜਿਹਾ ਨੂੰ ਪਤਾ ਲੱਗਿਆ ਸੀ। ਰਾਤ ਅੱਧੀ ਰਾਤ ਤੇ ਹੋ ਹੱਲਾ ਮਚਦਾ ਰਿਹਾ ਉੱਥੇ। ਉਹੀ ਗੱਲ ਹੋਈ 26 ਤਰੀਕ ਨੂੰ ਸਾਰਾ ਕੁਝ ਵੱਸੋਂ ਬਾਹਰ ਹੋ ਗਿਆ। ਉਹਦਾ ਕੀ ਨਤੀਜਾ ਨਿਕਲਿਆ ਉਹ ਅਜੇ ਕਿਸਾਨਾਂ ਦੀਆਂ ਜਥੇਬੰਦੀਆਂ ਭੁਗਤਦੀਆਂ ਪਈਆਂ ਤੇ ਭੁਗਤਣ ਗਈਆਂ ਵੀ ਆਉਣ ਵਾਲੇ ਦਿਨਾਂ 'ਚ। ਮੰਗਾਂ ਦੇ ਸੰਬੰਧ ਵਿੱਚ ਜਿਹੜਾ ਮੋਰਚਾ ਲਾਇਆ ਗਿਆ ਸੀ ਉਹ ਇੱਕ ਵਾਰੀ ਤਾਂ ਹਿੱਲ ਗਿਆ, ਬੁਰੀ ਤਰ੍ਹਾਂ ਹਿੱਲ ਗਿਆ, ਕਿਉਂਕਿ ਸਰਕਾਰ ਦਾ ਜਿਹੜਾ ਸਰਕਾਰ ਦੀ ਜਿਹੜੀ ਸੀ ਨੀਤੀ ਜਿਹੜੀ ਸੀ ਉਹ ਕਾਮਯਾਬ ਹੋ ਗਈ। ਸਰਕਾਰ ਦੀ ਨੀਤੀ ਕੀ ਸੀ? ਉਹ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਨੇ ਅੱਡੀ ਚੁੱਟੀ ਦਾ ਜ਼ੋਰ ਲਾਇਆ ਸੀ। ਉਹ ਸਭ ਤੋਂ ਪਹਿਲਾਂ ਤਾਂ ਇਹੀ ਕਹੀ ਜਾਂਦੇ ਸੀਗੇ ਜੀ ਇਹ ਕਿਸਾਨ ਹੀ ਹੈ ਨੇ, ਹਾਂਜੀ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਜੀ ਇਹ ਦੂਜੀਆਂ ਰਾਜਸੀ ਪਾਰਟੀਆਂ ਦੇ ਚੱਕੇ ਚਕਾਏ ਇੱਥੇ ਬੈਠੇ ਆ। ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਨਹੀਂ ਜੀ ਇਹਨਾਂ ਵਿੱਚੋਂ ਬਹੁਤੇ ਖਾਲਿਸਤਾਨੀ ਆ। ਫਿਰ ਕਹਿਣਾ ਸ਼ੁਰੂ ਕੀਤਾ ਜੀ ਇਹਨਾਂ ਵਿੱਚੋਂ ਨਕਸਲੀ ਆ। ਫਿਰ ਕਹਿਣਾ ਸ਼ੁਰੂ ਕਰਤਾ ਕਿ ਜੀ ਇਹਦੇ ਦੂਜਿਆਂ ਦੇਸ਼ਾਂ ਤੋਂ ਇਹਨਾਂ ਨੂੰ ਹਮਾਇਤ ਪ੍ਰਾਪਤ ਆ, ਇਹ ਉਹਨਾਂ ਨੂੰ ਫੰਡਿੰਗ ਹੁੰਦੀ ਪਈ। ਇਸ ਤਰੀਕੇ ਦੇ ਵੰਨ-ਸਵੰਨੇ ਜਿਹੜੇ ਸੀਗੇ ਇਲਜ਼ਾਮ ਲਾਉਂਦੇ ਸੀਗੇ ਤੇ ਉਹ ਇਹ ਗੱਲ ਸਾਬਤ ਕਰਨ ਵਿੱਚ ਕਾਮਯਾਬ ਹੋ ਗਏ ਕਿ ਦੇਖੋ ਅਸੀਂ ਤੁਹਾਨੂੰ ਕਹਿੰਦੇ ਸੀ ਨਾ ਵੀ ਇਹ ਲੋਕ ਦਹਿਸ਼ਤਗਰਦ ਹੈਗੇ ਆ, ਇਹ ਅਸਲ ਵਿੱਚ ਇਹਨਾਂ ਦਾ ਕਿਸਾਨੀ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈਗਾ, ਇਹ ਇਹਨਾਂ ਦਾ ਕਾਨੂੰਨਾਂ ਨੂੰ ਵਾਪਸ ਲੈਣ ਜਾਂ ਕਾਨੂੰਨਾਂ ਦੇ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈਗਾ। ਇਹਨਾਂ ਦਾ ਮਕਸਦ ਤਾਂ ਸੀ ਦਹਿਸ਼ਤ ਪੈਦਾ ਕਰਨੀ। ਇਹਨਾਂ ਨੇ ਦਹਿਸ਼ਤ ਪੈਦਾ ਕੀਤੀ ਆ ਤੇ ਹੁਣ ਅਸੀਂ ਛੱਡਣਾ ਨੇ। ਦੀਪ ਸਿੱਧੂ ਨੂੰ ਥਾਂ ਥਾਂ ਤੇ ਛਾਪੇ ਮਾਰ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਅਖੀਰ ਕਰਨਾਲ ਤੋਂ ਫੜਿਆ ਗਿਆ। ਪਤਾ ਨਹੀਂ ਕਰਨਾਲ ਤੋਂ ਫੜ ਹੋਇਆ ਕਿ ਜੀਰਕਪੁਰ ਤੋਂ ਫੜ ਹੋਇਆ। ਪੁਲਿਸ ਆਮ ਇਦਾਂ ਕਰਦੀ ਹੁੰਦੀ ਹੈ, ਉਹ ਇੱਕ ਵਜੂਹਾ ਬਣਾਉਂਦੀ। ਵਜੂਹਾ ਦਾ ਮਤਲਬ ਹੁੰਦਾ ਇੱਕ ਜਗ੍ਹਾ ਲੋਕੇਟ ਕਰ ਦਿੰਦੀ ਕਿ ਅਸੀਂ ਇਹ ਸਾਬਤ ਕਰਨਾ। ਪੁਲਿਸ ਵੱਲੋਂ ਅਦਾਲਤ ਵਿੱਚ ਕਹਿਣਾ ਕਿ ਅਸੀਂ ਫਲਾਣੀ ਥਾਂ ਤੋਂ ਫੜਿਆ। ਪ੍ਰੀ ਪਲਾਨਡ ਕਹਾਣੀ ਬਣਾਉਂਦੇ ਆ ਕਿ ਇੱਕ ਕਹਾਣੀ ਬਣਾਉਂਦੇ ਨੇ। ਉਹ ਵਜੂਹੇ ਦੇ ਮੁਤਾਬਕ ਉਹਨੂੰ ਕਰਨਾਲ ਤੋਂ ਫੜਿਆ ਗਿਆ। ਇਸ ਤਰੀਕੇ ਦੀ ਗੱਲ ਜਿਹੜੀ ਹੈ। ਹੁਣ ਉਹਦੇ ਤੇ ਕੇਸ ਪਾਤਾ ਦੇਸ਼ ਧਰੋਹ ਦਾ। ਹਾਂਜੀ, ਠੀਕ ਹੈ ਜੀ। ਦੇਸ਼ ਧਰੋਹ ਦਾ ਕੇਸ ਪਾਤਾ। 14 ਦਿਨ ਦਾ ਉਹਦਾ ਰਿਮਾਂਡ ਸੀਗਾ, ਉਹ ਰਿਮਾਂਡ ਹੋ ਗਿਆ ਖਤਮ। ਹਾਂਜੀ, ਪੁਲਿਸ ਨੇ ਕਿਹਾ ਕਿ ਜੀ ਭਾਵੇਂ ਰਿਮਾਂਡ ਖਤਮ ਹੋ ਗਿਆ, ਭਾਵੇਂ ਅਸੀਂ ਬਹੁਤ ਸਾਰੇ ਲੋਕ ਫੜ ਲਏ ਆ, ਪਰ ਅਜੇ ਇਹਦੀ ਨਿਸ਼ਾਨਦੇਹੀ ਤੇ ਹੋਰ ਬੰਦੇ ਫੜਨੇ। ਇਹਦੇ ਕੋਲੋਂ ਪੁੱਛ ਕੇ ਅਸੀਂ ਕਰਾਂਗੇ, ਸਾਨੂੰ ਤਾਂ ਬਹੁਤ ਕੁਝ ਹੋਰ ਲੱਭਣ ਦੀ ਉਮੀਦ ਹੈ। ਅਦਾਲਤ ਨੇ ਮੰਨਿਆ। ਅਦਾਲਤ ਨੇ ਨਾ ਮੰਨ ਕੇ ਉਹਨੂੰ ਦੀਪ ਸਿੱਧੂ ਨੂੰ 14 ਦਿਨ ਨਿਆਇਕ ਹਿਰਾਸਤ 'ਚ ਭੇਜਤਾ। ਜੁਡੀਸ਼ੀਅਲ ਰਿਮਾਂਡ ਦੇ ਦਿੱਤਾ, ਪੁਲਿਸ ਰਿਮਾਂਡ ਨਹੀਂ ਦਿੱਤਾ, ਜੁਡੀਸ਼ੀਅਲ ਰਿਮਾਂਡ ਦੇ ਦਿੱਤਾ। ਜੁਡੀਸ਼ੀਅਲ ਰਿਮਾਂਡ ਦਾ ਮਤਲਬ ਹੁੰਦਾ ਜੇਲ੍ਹ 'ਚ ਪਾ ਦੇ, ਜੇਲ੍ਹ 'ਚ ਬੈਠਾ ਰਹੇ ਬੰਦਾ। ਉਸ ਤੋਂ ਬਾਅਦ ਫਿਰ ਉਹਨੂੰ ਉਹਦੇ ਬਾਰੇ ਹੁੰਦੀ ਗੱਲ ਕਿ ਉਹ ਦੁਬਾਰਾ ਤਰੀਕ ਪੈਂਦੀ ਆ, ਉਹਨੂੰ ਬੁਲਾਇਆ ਜਾਂਦਾ, ਉਹਦੇ ਵਕੀਲ ਉਹਦੀ ਗੱਲ ਰੱਖਣਗੇ, ਉਹਦਾ ਪੱਖ ਰੱਖਣਗੇ। ਇਹ ਤਾਂ ਦੀਪ ਸਿੱਧੂ ਬਾਰੇ ਗੱਲ ਹੈਗੀ ਆ। ਔਰ ਉਹ ਅੱਜ ਦੀ ਡੇਟ ਵਿੱਚ ਨਿਆਇਕ ਹਿਰਾਸਤ 'ਚ, ਜੁਡੀਸ਼ੀਅਲ ਕਸਟਡੀ ਵਿੱਚ ਹੈਗਾ। ਇੱਕ ਮੇਰਾ ਨਾਲ ਹੀ ਇੱਕ ਮਾੜਾ ਜਿਹਾ ਕੁਐਸਚਨ ਹੈ ਜੀ। ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕ ਦਿਨ ਉਹਨਾਂ ਨੇ ਪਹਿਲਾਂ ਕੈਪਚਰ ਕਰ ਲਿਆ, ਸਟੇਜ ਨੂੰ ਕੈਪਚਰ ਕਰ ਲਿਆ। ਕੀ ਇਹ ਇੱਕ ਦਿਨ ਦੀ ਪਲੈਨਿੰਗ ਸੀ ਕਿ ਉਦੋਂ 15 ਦਿਨ ਪਹਿਲਾਂ ਚੱਲ ਰਿਹਾ ਸੀ? ਮੈਂ ਤੁਹਾਨੂੰ ਪਿੰਡਰ ਸਾਹਿਬ ਪਹਿਲਾਂ ਦੱਸ ਚੁੱਕਾ ਕਿ ਜਦੋਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਸੀ, ਗੱਲ ਤਾਂ ਉਹਦੇ ਪਤਾ ਲੱਗੀ ਸੀ ਵੀ ਕੀ ਹੈਗਾ। ਠੀਕ ਹੈ ਜੀ। ਇਹ ਇੱਕ ਦਿਨ 'ਚ ਸਾਰਾ ਕੁਝ ਨਹੀਂ ਹੋਇਆ। ਠੀਕ ਹੈ। ਇਹ ਜਿਹੜਾ ਸੀ ਸਟੇਜ ਤੇ ਕਬਜ਼ਾ ਕਰਨ ਵਾਲੀ ਗੱਲ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਸਟੇਜ ਤੋਂ ਵੱਖਰਾ ਪ੍ਰੋਗਰਾਮ ਅਨਾਉਂਸ ਕਰਨ ਦੀ ਉਮੀਦ ਨਹੀਂ ਸੀ ਕੀਤੀ ਜਾਂਦੀ। ਇਹ ਕੀਤਾ ਜਾਂਦਾ ਸੀ ਕਿ ਭਾਵੇਂ ਵੱਖਰੇ ਵੱਖਰੇ ਵਿਚਾਰ ਹੈਗੇ। ਹੁਣ ਤੁਸੀਂ ਦੇਖੋ ਨਾ ਜੀ, ਕਿੰਨੀਆਂ ਜਥੇਬੰਦੀਆਂ ਕਿਸਾਨਾਂ ਦੀਆਂ, ਹਰ ਇੱਕ ਦੇ ਵਿਚਾਰ ਵੱਖਰੇ ਵੱਖਰੇ ਹੋਣਗੇ। ਜੇ ਸਾਰਿਆਂ ਦੇ ਵਿਚਾਰ ਮਿਲ ਜਾਂਦੇ, ਇੱਕ ਕਿਉਂ ਨਾ ਬਣ ਜਾਵੇ? ਇੱਕ ਨਹੀਂ ਬਣੀ, ਵਿਚਾਰ ਅਲੱਗ-ਅਲੱਗ ਰਹਿ ਗਏ। ਹਾਂ, ਉਹਨਾਂ ਨੇ ਇੱਕ ਘੱਟੋ ਘੱਟ ਪ੍ਰੋਗਰਾਮ ਤੇ ਏਕਤਾ ਬਣਾ ਲਈ। ਘੱਟੋ ਘੱਟ ਪ੍ਰੋਗਰਾਮ ਕੀ ਸੀ ਕਿ ਅਸੀਂ ਤਿੰਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਲਈ ਲੜਾਈ ਲੜਾਂਗੇ। ਲੜਾਈ ਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਆਮੋ ਸਾਹਮਣੇ ਕੋ ਟੱਕਰ ਹੋਊਗੀ। ਕਾਨੂੰਨ ਦੀ ਜਿਹੜੀ ਕਾਨੂੰਨਾਂ ਦੇ ਖਿਲਾਫ ਲੜਾਈ ਕਾਨੂੰਨੀ ਹੀ ਹੁੰਦੀ ਆ ਆਲਵੇਜ਼। ਕਾਨੂੰਨਾਂ ਦੇ ਖਿਲਾਫ ਲੜਾਈ ਜਿਹੜੀ ਆ ਉਹ ਬੰਦੂਕਾਂ ਨਾਲ ਨਹੀਂ ਹੁੰਦੀ, ਤਲਵਾਰਾਂ ਨਾਲ ਨਹੀਂ ਹੁੰਦੀ, ਉਹ ਵਿਚਾਰਾਂ ਨਾਲ ਹੁੰਦੀ ਹੈ। ਵਿਚਾਰ ਤੁਸੀਂ ਪੇਸ਼ ਕਰਦੇ। ਕਿਸਾਨ ਜਥੇਬੰਦੀਆਂ ਨੇ ਕਿੱਦਾਂ ਵਿਚਾਰ ਪੇਸ਼ ਕਰਕੇ ਸਰਕਾਰ ਨੂੰ ਲਾਜਵਾਬ ਕੀਤਾ।
ਠੀਕ ਹੈ ਜੀ, ਬਿਲਕੁਲ ਜੀ। ਕੋਈ ਘੱਟ ਬੋਲਿਆ ਕੋਈ ਵੱਧ ਬੋਲਿਆ ਇੱਕ ਹੋਰ ਗੱਲ, ਪਰ ਉਹਨਾਂ ਦੀ ਇੱਕ ਸੁਰਤਾ ਸੀ। ਉਸ ਇੱਕ ਸੁਰਤਾ ਵਿੱਚ ਪਹਿਲਾਂ ਇਹ ਵੀ ਨਾਲ ਹੀ ਸੀ, ਬਿਲਕੁਲ। ਪਰ ਇਹ ਅਚਨਚੇਤੀ ਘਟਨਾ ਫੇਰ ਨਹੀਂ ਵਾਪਰੀ, ਮੈਂ ਕਹਿੰਦਾ ਹਾਂਜੀ ਹਾਂਜੀ। ਹਾਂ ਵਾਪਰ ਗਈ ਉਸ ਦਿਨ। ਦੂਸਰੀ ਗੱਲ ਮੈਂ ਲੱਖਾ ਸਧਾਣੇ ਬਾਰੇ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ ਕਿ ਉਹਨਾਂ ਨੇ ਮਹਿਰਾਜਪੁਰ ਦੇ ਵਿੱਚ ਵੱਡੀ ਰੈਲੀ ਕੀਤੀ ਹੈ। ਕੀ ਇਸ ਦੇ ਮਾਇਨੇ ਕੀ ਤੁਸੀਂ ਕੱਢਦੇ ਆ ਵੀ ਕਾਰਨ ਕੀ ਆ, ਕਿਉਂ ਕਰਨੀ ਪੈ ਗਈ ਉਹਨਾਂ ਨੂੰ? ਦੇਖੋ ਇੱਕ ਗੱਲ ਤਾਂ ਇਹ ਆ ਕਿ ਜਦੋਂ 26 ਤਰੀਕ ਦੀ ਘਟਨਾ ਵਾਪਰੀ, ਹਾਂਜੀ, ਉਸ ਤੋਂ ਪਹਿਲਾਂ ਦੀ ਥੋੜੀ ਜਿਹੀ ਮੈਂ ਗੱਲ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ। ਹਾਂਜੀ, ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸੀ ਉਹ ਵੱਖਰੇ ਵੱਖਰੇ ਟਾਈਮ ਤੇ ਸਟੇਜਾਂ ਤੋਂ ਕਹਿੰਦੇ ਹੁੰਦੇ ਸੀਗੇ ਕਿ ਤੁਹਾਡੇ ਵਾਸਤੇ ਖੋਏ ਦੀਆਂ ਪਿੰਨੀਆਂ ਆ ਰਹੀਆਂ, ਤੁਹਾਡੇ ਵਾਸਤੇ ਗਜਰੇਲੇ ਆ ਰਹੇ, ਜਲੇਬੀਆਂ ਆ ਰਹੀਆਂ, ਕੇਸਰ ਵਾਲਾ ਦੁੱਧ ਆ ਰਿਹਾ, ਤੁਸੀਂ ਇੱਥੇ ਇਦਾਂ ਲੱਗਦਾ ਜਿੱਦਾਂ ਬਹੁਤ ਇੰਜੋਏਮੈਂਟ ਕਰਨੀ ਆਏ ਹੋ। ਸਰਕਾਰ ਦੇ ਵੱਲੋਂ ਵੀ ਇਦਾਂ ਦੇ ਬਿਆਨ ਦਿੱਤੇ ਗਏ ਸੀ ਕਿ ਇਹ ਤਾਂ ਪਿਕਨਿਕ ਮਨਾਉਣ ਆਏ ਆ। ਉਹ ਮਾਹੌਲ ਹੀ ਇਸ ਤਰੀਕੇ ਦਾ ਸੀ। ਸ਼ਾਮ ਨੂੰ ਡੈਕ ਵੱਜਦੇ ਸੀ, ਮੁੰਡੇ ਭੰਗੜੇ ਪਾਉਂਦੇ ਸੀ, ਇਹ ਸਾਰਾ ਕੁਝ ਹੁੰਦਾ ਸੀ ਉੱਥੇ। ਹੁਣ ਉੱਥੇ ਨਹੀਂ ਹੁੰਦਾ। ਉਹਦੇ ਪਿੱਛੇ ਦੋ ਕਾਰਨ, ਇੱਕ ਤਾਂ ਲੋਕ ਹੱਕੇ ਬੱਕੇ ਰਹਿ ਗਏ ਕਿ ਸਾਰਾ ਵਾਪਰ ਕਿਵੇਂ ਗਿਆ, ਦੂਜਾ ਇਹ ਸੀਗਾ ਕਿ ਜਿਹੜੇ ਲੋਕ ਸਿਰਫ ਇਸੇ ਕਰਕੇ ਗਏ ਸੀ ਵੀ ਆਪਾਂ ਚਲੋ ਉੱਥੇ ਜਾ ਆਉਂਦੇ ਆ, ਰੌਣਕ ਮੇਲਾ ਹੀ ਸਹੀ, ਉਹ ਸਾਰੇ ਵਾਪਸ ਆ ਗਏ। ਉਹਨਾਂ ਵਿੱਚੋਂ ਬਹੁਤੀ ਮੈਜੋਰਿਟੀ ਜਿਹੜੀ ਸੀ ਯੂਥ ਦੀ ਸੀ। ਬੇਸ਼ੱਕ ਯੂਥ ਦੇ ਆਗੂ ਜਿਹੜੇ ਆਪ ਕਹਿੰਦੇ ਜੀ ਯੂਥ ਨੂੰ ਨਾਲ ਲੈ ਕੇ ਚੱਲੋ, ਉਹਨਾਂ ਦੇ ਕਹਿਣ ਤੇ ਨਾ ਉਹ ਆਏ ਸੀ, ਨਾ ਉਹਨਾਂ ਦੇ ਕਹਿਣ ਤੇ ਮੁੜੇ ਸੀ। ਧੀਆਂ ਪੁੱਤਰ ਤਾਂ ਕਿਸਾਨਾਂ ਦੇ ਹੀ ਆ ਨਾ, ਠੀਕ ਹੈ। ਬਜ਼ੁਰਗ ਉਹਨਾਂ ਦੇ ਜਿੱਥੇ ਬੈਠਿਆ ਤੇ ਉਹ ਥੋੜੀ ਬਜ਼ੁਰਗ ਨੂੰ ਕਹਿ ਸਕਦੇ ਬਾਪੂ ਤੂੰ ਬੈਠਾ ਤੇ ਬੈਠਾ ਰਹਿ, ਮੈਂ ਚੱਲਿਆ ਹੈ ਜੀ, ਮੇਰੇ ਨਾਲ ਦੇ ਬੰਦੇ ਤਾਂ ਜਿਹੜੇ ਆ ਉਹ ਵਾਪਸ ਚੱਲੇ ਤੇ ਮੈਂ ਵੀ ਚੱਲਿਆ, ਮੈਨੂੰ ਨਹੀਂ ਤੇਰੀ ਪਰਵਾਹ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਇਹ ਤਾਂ ਹੋ ਨਹੀਂ ਸਕਦਾ। ਠੀਕ ਹੈ ਜੀ। ਹੁਣ ਗੱਲ ਆਈ ਕਿ ਜਿਹੜਾ ਉਸ ਤੋਂ ਬਾਅਦ ਵਾਲਾ ਮਾਹੌਲ ਸ਼ਾਂਤ ਹੋ ਗਿਆ। ਸਾਰੇ ਮੋਰਚਿਆਂ ਦੇ ਉੱਤੇ ਗਿਣਤੀ ਘਟ ਗਈ ਤੇ ਸਾਰੀਆਂ ਧਿਰਾਂ ਨੂੰ ਉਸ ਵਿੱਚ ਜ਼ੋਰ ਲਾਉਣਾ ਪੈ ਰਿਹਾ, ਕਿਸਾਨਾਂ ਨੂੰ ਵੀ ਜ਼ੋਰ ਲਾਉਣਾ ਪੈਣਾ। ਕਿਸਾਨ ਜਿਹੜੇ ਆ ਉੱਥੇ ਕਹਿੰਦੇ ਆ ਕਿ ਹੁਣ ਗਿਣਤੀ ਘੱਟ ਹੈ ਤੇ ਆਓ ਵੱਧ ਤੋਂ ਵੱਧ ਗਿਣਤੀ ਉੱਥੇ ਬਾਰਡਰਾਂ ਤੇ ਆਓ। ਰਾਜੇਵਾਲ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਵੱਧ ਤੋਂ ਵੱਧ ਆਓ। ਬਿਲਕੁਲ। ਜਿਹੜੀਆਂ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਮਹਾ ਪੰਚਾਇਤਾਂ ਕਰਨ ਦੇ ਪਿੱਛੇ ਕਨਸੈਪਟ ਆ ਉਹ ਵੀ ਇਹੀ ਸੀ ਕਿ ਉਹ ਲੋਕਾਂ ਦੇ ਵਿੱਚ ਉਤਸ਼ਾਹ ਭਰਿਆ ਜਾਵੇ। ਹੁਣ ਲੱਖੇ ਸਿਧਾਣੇ ਦੇ ਹਮਾਇਤੀਆਂ ਵੱਲੋਂ ਜਾਂ ਉਹਦੇ ਵੱਲੋਂ ਜਿਹੜੀ ਇਹ ਮਹਿਰਾਜਪੁਰ ਵਿੱਚ ਰੈਲੀ ਹੋਈ ਹੈ, ਬਿਨਾਂ ਸ਼ੱਕ ਬਹੁਤ ਵੱਡੀ ਰੈਲੀ ਹੋਈ, ਬਹੁਤ ਲੋਕ ਉੱਥੇ ਆਏ ਆ। ਚਲੋ ਹਜ਼ਾਰਾਂ ਨਾ ਸੀ, ਉਹ ਕਹਿੰਦੇ ਲੱਖ ਡੇਢ ਲੱਖ ਮੰਨ ਲਿਆ, ਲੱਖ ਡੇਢ ਲੱਖ ਹੀ ਆਏ ਹੋਣਗੇ, ਬਹੁਤ ਆਏ। ਠੀਕ ਹੈ ਜੀ। ਉਹ ਜਗ੍ਹਾ ਸਾਰੀ ਭਰੀ ਹੋਈ ਸੀਗੀ, ਉਹ ਮੰਡੀ ਜਿਹੜੀ ਸੀ ਉੱਥੇ। ਬਿਲਕੁਲ। ਹੁਣ ਉੱਥੇ ਲੋਕ ਸਾਰਿਆਂ ਨੇ ਇੱਕ ਗੱਲ ਜਿਹੜੀ ਚੰਗੀ ਇਹ ਕਹੀ ਕਿ ਅਸੀਂ ਕਿਸਾਨਾਂ ਦੇ ਲੀਡਰਾਂ ਦੇ ਨਾਲ, ਕਿਸਾਨ ਲੀਡਰ ਹੀ ਅਗਲੀ ਜਿਹੜੀ ਆ ਰਣਨੀਤੀ ਘੜਨਗੇ, ਉਹ ਨਵਾਂ ਪ੍ਰੋਗਰਾਮ ਜਿਹੜਾ ਵੀ ਦੇਣਗੇ ਅਸੀਂ ਨਾਲ। ਇਹ ਗੱਲ ਚੰਗੀ ਹੈ, ਚੰਗਾ ਪੱਖ। ਜਿਹੜਾ ਦੂਜਾ ਕਿ ਉਹਨਾਂ ਨੂੰ ਰੋਸ ਇਹ ਹੈ ਕਿ ਜਦੋਂ ਉਹਨਾਂ 26 ਵਾਲੀ ਘਟਨਾ ਹੋਈ, ਬੰਦਿਆਂ ਦੀ ਫੜੋ ਫੜਾਈ ਸ਼ੁਰੂ ਹੋਈ, ਲੱਖੇ ਸਿਧਾਣੇ ਨੂੰ ਜਾਂ ਦੀਪ ਸਿੱਧੂ ਨੂੰ ਜਾਂ ਕੁਝ ਹੋਰ ਲੋਕਾਂ ਨੂੰ ਰੂਪੋਸ਼ ਹੋਣਾ ਪਿਆ, ਅੰਡਰਗਰਾਉਂਡ ਹੋਣਾ ਪਿਆ, ਤੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਬਾਰੇ ਕੋਈ ਚੰਗਾ ਨਹੀਂ ਬੋਲਿਆ। ਚੰਗਾ ਕੀ ਨਹੀਂ ਬੋਲਿਆ? ਇਹ ਜੇ ਹੁਣ ਪੁਲਿਸ ਦੇਖੇ ਕੀ ਕਰਨਾ। ਇਹ ਗੱਲ ਦਾ ਉਹਨਾਂ ਨੂੰ ਰੋਸ ਹੈ। ਠੀਕ ਹੈ ਜੀ। ਇਸ ਰੋਸ ਨੂੰ, ਇਸ ਭੜਾਸ ਨੂੰ ਵੀ ਕੱਲ ਉਹਨਾਂ ਨੇ ਪੂਰੀ ਤਰ੍ਹਾਂ ਕੱਢਿਆ ਉੱਥੇ। ਠੀਕ ਹੈ ਜੀ। ਪਰ ਚੰਗਾ ਪੱਖ ਇਹ ਰਿਹਾ ਕਿ ਉਹ ਅੱਜ ਵੀ ਇਹ ਕਹਿੰਦੇ ਆ ਕਿ ਜੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਨੂੰ ਕਾਲ ਦਿੰਦੇ ਆ ਤੇ ਅਸੀਂ ਵੱਡੀ ਗਿਣਤੀ 'ਚ ਜਾ ਕੇ ਉੱਥੇ ਸ਼ਾਮਲ ਹੋਵਾਂਗੇ। ਲੱਖੇ ਸਿਧਾਣੇ ਨੇ ਉਂਝ ਇੱਕ ਗੱਲ ਸਪਸ਼ਟ ਵੀ ਕੀਤੀ ਕਿ ਰਾਜੇਵਾਲ ਸਾਹਿਬ ਤੁਸੀਂ ਭਾਵੇਂ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ, ਨੋ ਕਮੈਂਟ, ਮੈਂ ਕੋਈ ਕਹਿਣਾ ਨਹੀਂ ਚਾਹੁੰਦਾ, ਪਰ ਜੇ ਕੱਲ ਨੂੰ ਤੁਹਾਨੂੰ ਪੁਲਿਸ ਫੜਨ ਉੱਥੇ ਆਊਗੀ ਤੇ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਕਹੂੰਗਾ ਕਿ ਮੈਂ ਇਸ ਬਾਪੂ ਨੂੰ ਹੱਥ ਨਹੀਂ ਲਾਉਣ ਦੇਣਾ। ਇਹ ਗੱਲਾਂ ਚੰਗੀਆਂ ਵੀ ਆ, ਪਰ ਇਹਦੇ ਬਾਵਜੂਦ ਵੀ ਇੱਕ ਗੱਲ ਜਿਹੜੀ ਕਹਿਣੀ ਬਹੁਤ ਜ਼ਰੂਰੀ ਬਣਦੀ ਪਈ ਆ ਕਿ ਇਹ ਅੰਦੋਲਨ ਜਿਹੜਾ, ਮੈਂ ਫਿਰ ਕਹਿਣਾ ਕਿ ਕਾਨੂੰਨਾਂ ਦੇ ਖਿਲਾਫ ਹੈ ਤੇ ਕਾਨੂੰਨੀ ਲੜਾਈ ਲੜਨੀ ਪੈਣੀ। ਕਾਨੂੰਨੀ ਲੜਾਈ ਜਿਹੜੀ ਆ ਉਹ ਇਹ ਨਹੀਂ ਕਿ ਤੁਸੀਂ ਸੁਪਰੀਮ ਕੋਰਟ ਵਿੱਚ ਚਲੇ ਜਾਓ, ਸੁਪਰੀਮ ਕੋਰਟ 'ਚ ਜਾ ਕੇ ਵਕੀਲਾਂ ਦੀ ਇੱਕ ਟੀਮ ਖੜੀ ਕਰ ਦਿਓ, ਉਹ ਲੜਾਈ ਕਰੂਗੀ। ਉਹ ਨਹੀਂ। ਉਹ ਕਿਸਾਨ ਉਸ ਗੱਲ ਨੂੰ ਬੁਰੀ ਤਰ੍ਹਾਂ ਜਿਹੜਾ ਵਾ ਉਹ ਖਾਰਜ ਕਰ ਚੁੱਕੇ ਆ ਕਿ ਅਸੀਂ ਉਹ ਲੜਾਈ ਨਹੀਂ ਲੜਨਾ ਚਾਹੁੰਦੇ। ਪਰ ਜਿਹੜੀ ਲੜਨਾ ਚਾਹੁੰਦੇ ਆ ਉਹ ਕੀ ਆ ਕਿ ਇਸ ਵੇਲੇ ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ ਕਿਸਾਨਾਂ ਨੇ। ਸਰਕਾਰ ਬੁਰੀ ਤਰ੍ਹਾਂ ਜਿਹੜੀ ਆ ਇਸ ਵੇਲੇ ਉਖੜੀ ਹੋਈ ਹੈ, ਅੰਦਰੋਂ ਅੰਦਰੀ ਉਹਨਾਂ ਦੇ ਵਿੱਚ ਖਲਬਲੀ ਮਚੀ ਹੋਈ ਆ। ਇਸ ਪ੍ਰੈਸ਼ਰ ਨੂੰ ਬਰਕਰਾਰ ਰੱਖਣਾ ਜਾਂ ਹੋਰ ਵਧਾਉਣਾ ਇਹ ਬਹੁਤ ਜ਼ਰੂਰੀ ਹੈ।
ਆਖਰੀ ਕੁਐਸਚਨ ਹੈ ਜੀ ਮੇਰਾ, ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਨਵੀਂ ਰੂਪਰੇਖਾ ਤਿਆਰ ਕਰ ਲਈ ਗਈ ਹੈ। 26 ਤਰੀਕ ਨੂੰ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਸਾਰੀ ਦੀ ਸਾਰੀ ਸਟੇਜ ਆ ਉਹ ਇੱਕ ਦਿਨ ਲਈ ਨੌਜਵਾਨਾਂ ਨੂੰ ਦੇਵਾਂਗੇ। ਉਹਦੇ ਕੀ ਮਾਇਨੇ ਤੁਸੀਂ ਸਮਝਦੇ ਆ, ਕੀ ਤੁਸੀਂ ਸੋਚ ਰਹੇ ਹੋ ਵੀ ਕਿ ਇਹ ਕੀ ਕਾਰਨ ਬਣਿਆ? ਇਹ ਦੇਖੋ, ਕਿਸਾਨ ਜਥੇਬੰਦੀਆਂ ਵੀ ਮਹਿਸੂਸ ਕਰਦੀਆਂ ਜੀ ਕਿ ਇੱਕ ਵੱਡੀ ਗਿਣਤੀ ਨੌਜਵਾਨਾਂ ਦੀ ਨਿਰਾਸ਼ ਜਿਹੀ ਹੋ ਗਈ ਹੈ। ਠੀਕ ਹੈ ਜੀ, ਉਹ ਵੀ ਉਹਨਾਂ ਨੂੰ ਨਾਲ ਜੋੜਨਾ ਚਾਹੁੰਦੇ ਆ। ਬਿਲਕੁਲ। ਦੂਜਾ, ਉਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਖਲਬਲੀ ਮਚਾਉਣ ਵਾਲੇ ਆ, ਜਿਹੜੇ ਲਾਲਾ ਕਰਨ ਵਾਲੇ ਆ, ਉਹ ਕੋਈ ਹੋਰ ਹੈ। ਡਿਸਪਲਿਨਡ ਉਹ ਨੌਜਵਾਨ ਆ ਜਿਹੜੇ ਉਦੋਂ 26 ਨੂੰ ਸਟੇਜਾਂ ਸਾਹਮਣੇ। ਬਿਲਕੁਲ ਜੀ, ਇਹ ਵਖਰੇਵਾਂ ਵੀ ਉਹ ਕਰਕੇ ਦਿਖਾਉਣਾ ਚਾਹੁੰਦੇ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਮੈਨੂੰ ਲੱਗਦਾ ਕਿ ਇਹ ਗੱਲ ਜੇ ਵੈਲ ਡਿਸਪਲਿਨਡ ਵੇ ਨਾਲ, ਪੂਰੇ ਅਨੁਸ਼ਾਸਨ ਦੇ ਨਾਲ 26 ਤਰੀਕ ਨੂੰ ਨੌਜਵਾਨ ਸਟੇਜਾਂ ਨੂੰ ਚਲਾ ਲੈਣਗੇ। ਉੱਥੋਂ ਪ੍ਰੋਗਰਾਮ ਤਾਂ ਭਾਵੇਂ ਉਹਨਾਂ ਨੇ ਨਹੀਂ ਕੋ ਅਨਾਉਂਸ ਕਰਨਾ, ਪਰ ਉਹਨੂੰ ਚਲਾਉਣਗੇ, ਆਪਣੇ ਢੰਗ ਨਾਲ ਚਲਾਉਣਗੇ। ਜੇ ਵਧੀਆ ਤਰੀਕੇ ਨਾਲ ਚਲਾ ਲੈਣਗੇ ਤਾਂ ਬਹੁਤ ਵਧੀਆ ਪ੍ਰਭਾਵ ਪਊਗਾ, ਸਰਕਾਰ ਤੇ ਵੀ ਪਊਗਾ, ਕਿਸਾਨਾਂ ਤੇ ਵੀ ਪਊਗਾ। ਲੱਗ ਰਿਹਾ ਕਿ ਜਿਹੜੇ ਬੰਦੇ ਲੱਗਦੇ ਆ ਵੀ ਨੌਜਵਾਨ ਗੁੱਸੇ ਆ, ਪਹੁੰਚਣਗੇ ਧੜੱਲੇ ਨਾਲ। ਹਾਂ ਜੀ, ਮੈਨੂੰ ਲੱਗਦਾ, ਕਿਉਂਕਿ ਲੱਖੇ ਸਿਧਾਣੇ ਨੇ ਵੀ ਕੱਲ ਕਿਹਾ ਕਿ 26 ਨੂੰ ਹਮ ਆ ਕੇ ਦਿੱਲੀ ਪਹੁੰਚੋ। ਆਪ ਉਹ ਜਾਵੇ ਨਾ ਜਾਵੇ ਮੈਨੂੰ ਪਤਾ ਨਹੀਂ, ਪਰ ਜਾਣਗੇ ਜ਼ਰੂਰ ਲੋਕ, ਨੌਜਵਾਨ ਜਾਣਗੇ, ਉੱਥੇ ਜੰਗ ਜਨਰੇਸ਼ਨ ਸਾਰੀ ਜਾਊਗੀ। ਔਰ ਉਹ ਜਾ ਕੇ ਦੋ ਗੱਲਾਂ ਧਿਆਨ ਰੱਖਣ ਵਾਲੀਆਂ ਹੋਣਗੀਆਂ ਉਹਨਾਂ ਵਾਸਤੇ। ਇੱਕ ਤਾਂ ਇਹ ਹੈ ਕਿ ਉਦੋਂ ਜਾਬਤਾ ਜਿਹੜਾ ਵਾ ਉਹ ਰੱਖਣਾ ਪਊਗਾ, ਪਹਿਲਾਂ ਵਾਲੀ ਗੱਲ ਨਾ ਹੋਵੇ। ਦੂਜਾ ਇਹ ਆ ਕਿ ਉਹਨਾਂ ਨੂੰ ਉਮੀਦ ਹੈ, ਨੌਜਵਾਨਾਂ ਨੂੰ ਉਮੀਦ ਹੈ, ਯੰਗ ਜਨਰੇਸ਼ਨ ਨੂੰ ਸਾਰਿਆਂ ਨੂੰ ਉਮੀਦ ਹੈ ਕਿ ਕਿਸਾਨ ਹੁਣ ਜਥੇਬੰਦੀਆਂ ਦੇ ਆਗੂ ਜਿਹੜੇ ਆ ਜਾਂ ਸੰਯੁਕਤ ਮੋਰਚਾ ਜਿਹੜਾ, ਉਹ ਕੋਈ ਇਦਾਂ ਦਾ ਪ੍ਰੋਗਰਾਮ ਦਊਗਾ ਜਿਹਦੇ ਵਿੱਚ ਉਹ ਵੱਧ ਪਾਰਟਿਸਿਪੇਟ ਕਰ ਸਕੇ। ਬਿਲਕੁਲ ਜੀ। ਇੱਕ ਗੱਲ ਸਾਫ਼ ਹੈ, ਉਹਨਾਂ ਨੇ, ਕਿਸਾਨਾਂ ਨੇ ਅੱਗੇ ਵਰਗਾ ਕੋਈ ਪ੍ਰੋਗਰਾਮ ਨਹੀਂ ਦੇਣਾ। ਹਾਂ, ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਆ ਉਹ ਅੱਗੇ ਪਹਿਲਾਂ ਨਾਲੋਂ ਤਿੱਖੀ ਤਾਂ ਹੋ ਸਕਦੀ ਆ, ਪਰ ਇੰਨੀ ਤਿੱਖੀ ਨਹੀਂ ਕਿ ਲਾਲ ਕਿਲ੍ਹੇ ਤੇ ਦੁਬਾਰਾ ਜਾਇਆ ਜਾਵੇ ਜਾਂ ਪਾਰਲੀਮੈਂਟ ਵੱਲ ਨੂੰ ਦੁਬਾਰਾ ਜਾਇਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਤੁਸੀਂ ਸਾਡੇ ਦਰਸ਼ਕਾਂ ਦੇ ਲਈ ਟਾਈਮ ਕੱਢਦੇ ਹੋ, ਦਰਸ਼ਕਾਂ ਨੂੰ ਨਵੀਆਂ ਨਵੀਆਂ ਜਾਣਕਾਰੀਆਂ ਦੇ ਨਾਲ ਰੂਬਰੂ ਕਰਾਉਂਦੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਇਹ ਸਨ ਸਰਦਾਰ MP ਸਿੰਘ ਜੀ। ਤੇ ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟਾਂ ਦੇ ਰੂਪ ਦੇ ਵਿੱਚ, ਆਪਣੇ ਜੋ ਵੀ ਤੁਹਾਡੇ ਤੌਖਲੇ ਨੇ, ਉਹ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।